वादे उन्होंने बड़े किए पर पूरा तो कोई भी नहीं होया। उन्होंने को कहा कि गेट भी बनाया जाए, प्ले ग्राउंड्स बनाया जान, बच्चों लिए सारिਆਂ ਲਈ पिंड स्टेडियम बनाया जाए खेलने वास्ते, बट कुछ भी नहीं। पूरे देश में 26 जुलाई ਨੂੰ कारगिल विजय दिवस मनाया जाता है। इस मौके कारगिल युद्ध ਵਿੱਚ शहीद ਹੋਏ ਜਵਾਨਾਂ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਵੀ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ। ਪਰ ਅਸਲ ਵਿੱਚ ਅੱਜ ਵੀ कारगिल युद्ध ਵਿੱਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨਾਲ ਜੋ ਵਾਅਦੇ ਕੀਤੇ ਗਏ ਸਨ, ਸਰਕਾਰ ਨੇ ਉਹ ਵਾਅਦੇ ਹਜੇ ਤੱਕ ਪੂਰੇ ਨਹੀਂ ਕੀਤੇ। कारगिल युद्ध ਵਿੱਚ ਸ਼ਹੀਦ ਹੋਏ ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਲਾਂਸ ਨਾਇਕ ਰਣਬੀਰ ਸਿੰਘ ਦੇ ਪਰਿਵਾਰ ਨੇ ਸਰਕਾਰਾਂ ਖਿਲਾਫ ਰੋਸ ਜ਼ਾਹਿਰ ਕੀਤਾ ਹੈ ਕਿ ਸਰਕਾਰ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ। ਸ਼ਹੀਦ ਲਾਂਸ ਨਾਇਕ ਰਣਬੀਰ ਸਿੰਘ ਦੇ ਪੁੱਤਰ ਰਾਹੁਲ ਮਿਨਹਾਸ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਦੀ ਸ਼ਹਾਦਤ 16 ਜੂਨ 1999 ਨੂੰ कारगिल युद्ध ਦੌਰਾਨ ਹੋਈ ਸੀ। ਜਿਸ ਸਮੇਂ ਉਹਨਾਂ ਦੇ ਪਿਤਾ ਦੀ ਸ਼ਹਾਦਤ ਹੋਈ ਸੀ, ਉਸ ਤੋਂ ਕੁਝ ਦਿਨ ਪਹਿਲਾਂ ਉਹਨਾਂ ਬੰਕਰ ਵਿੱਚ ਬੈਠ ਕੇ ਆਪਣੀ ਮਾਂ ਲਈ ਇੱਕ ਚਿੱਠੀ ਲਿਖੀ ਸੀ। ਜਦ ਉਹਨਾਂ ਦੇ ਪਿਤਾ ਦੀ ਪਾਰਥਿਵ ਦੇਹ ਘਰ ਪਹੁੰਚੀ ਤਾਂ ਉਸ ਤੋਂ 2 ਘੰਟੇ ਬਾਅਦ ਜਾ ਕੇ ਉਹਨਾਂ ਨੂੰ ਉਹ ਚਿੱਠੀ ਮਿਲੀ ਸੀ। ਸ਼ਹਾਦਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੂੰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਸਰਕਾਰ ਨੇ ਵੀ ਵੱਡੇ ਵਾਅਦੇ ਤੇ ਕੀਤੇ, ਪਰ ਅਜੇ ਤੱਕ ਨਾ ਤਾਂ ਸ਼ਹੀਦ ਦੇ ਨਾਮ ਤੇ ਪਿੰਡ ਵਿੱਚ ਗੇਟ ਬਣਾਇਆ ਗਿਆ ਹੈ, ਨਾ ਸਟੇਡੀਅਮ ਅਤੇ ਨਾ ਹੀ ਉਸ ਨੂੰ ਕੋਈ ਨੌਕਰੀ ਮਿਲੀ ਹੈ। ਮੇਰਾ ਨਾਮ ਹੈ ਰਾਹੁਲ ਸਿੰਘ ਮਨਹਾਸ ਜੀ। ਕੀ ਕਹਿਣਾ ਚਾਹੁੰਦੇ? ਮੈਂ ਕਹਿਣਾ ਚਾਹਾਂਗਾ ਕਿ ਜਦੋਂ ਵੀ कारगिल ਦਿਵਸ ਆਉਂਦਾ ਹੈ, ਮਤਲਬ ਕਿ ਇੱਕ ਦੁੱਖ ਵੀ ਹੁੰਦਾ ਤੇ ਸਭ ਕੁਝ ਹੁੰਦਾ ਕਿ ਪਾਪਾ ਚਲੇ ਗਏ ਇਸ ਦਿਨ ਤੇ ਜੰਗ ਦੇ ਵਿੱਚ 16 ਜੂਨ ਨੂੰ ਪਾਪਾ ਦੀ ਸ਼ਹਾਦਤ ਹੋਈ ਸੀ। ਬਸ ਇਹੀ ਕਹਿਣਾ ਚਾਹਾਂਗਾ ਮੈਂ ਕਿ ਸਰਕਾਰਾਂ ਨੂੰ ਕਿ ਜੋ ਸਾਡੀਆਂ ਮੰਗਾਂ ਆ ਉਹ ਪੂਰੀਆਂ ਕੀਤੀਆਂ ਜਾਣ। ਵਾਅਦੇ ਉਹਨਾਂ ਨੇ ਬੜੇ ਕੀਤੇ ਪਰ ਪੂਰਾ ਤਾਂ ਕੋਈ ਵੀ ਨਹੀਂ ਹੋਇਆ। ਉਹਨਾਂ को कहा कि गेट भी बनाया जाए, प्ले ग्राउंड्स बनाया जान, बच्चों लिए सारिਆਂ ਲਈ पिंड स्टेडियम बनाया जाए खेलने वास्ते, बट कुछ भी नहीं। सुपना मेरा मैं आर्मी 'ਚ जाना चाहना ग्रैजुएशन करके, जिद्दां पापा शहीद होए सी मैं भी देश ਲਈ कुछ करना चाहना। मेरा जन्म 21 ਸਤੰਬਰ ਨੂੰ ਹੋਇਆ ਸੀ। ਪਾਪਾ ਦੇ 3 ਮਹੀਨੇ ਜਾਣ ਤੋਂ ਬਾਅਦ ਚਿੱਠੀ ਆਈ ਸੀ ਪਾਪਾ ਦੀ। ਪਾਪਾ ਨੇ ਚਿੱਠੀ ਲਿਖੀ ਦੀ ਰਾਤ ਨੂੰ ਜਦੋਂ ਲੜਾਈ ਦਾ ਟਾਈਮ ਸੀ। ਉਸ ਤੋਂ ਪਹਿਲੇ ਪਾਪਾ ਨੇ ਚਿੱਠੀ ਲਿਖੀ ਦੀ ਬੰਕਰ 'ਚ ਬਹਿ ਕੇ ਕਿ ਮੇਰੀ ਇਮਤਿਹਾਨ ਦੀ ਘੜੀ ਆ ਗਈ ਆ ਤੇ ਤੁਸੀਂ ਚਿੰਤਾ ਨਹੀਂ ਕਰਨੀ ਤੇ ਬੱਚਿਆਂ ਦਾ ਧਿਆਨ ਰੱਖਣਾ। ਚਿੱਠੀ ਦਾਦੀ ਜੀ ਨੂੰ ਲਿਖੀ ਸੀ। ਅੱਜ ਵੀ ਜਦੋਂ ਚਿੱਠੀ ਨੂੰ ਵੇਖਦੇ ਹੋ ਕੀ ਕੁਝ ਯਾਦ ਆਉਂਦਾ, ਕੀ ਕੁਝ ਮਨ ਦੇ ਵਿੱਚ ਆਉਂਦਾ? ਯਾਦ ਚਿੱਠੀ ਵੱਲ ਵੇਖ ਕੇ ਪਾਪਾ ਦੀ ਯਾਦ ਆ ਜਾਂਦੀ ਆ, ਜੋ ਉਹਨਾਂ ਦੀ ਰਾਈਟਿੰਗ ਆ, ਜੋ ਅੱਖਰ ਲਿਖੇ ਹੋਏ ਇਹਦੇ ਵਿੱਚ। ਦੇਸ਼ ਦੀ ਸੇਵਾ ਕਰਨਾ ਚਾਹੂੰਗਾ। कारगिल युद्ध ਭਾਰਤੀ ਫੌਜ ਦੀ ਵੀਰਤਾ ਸ਼ੌਰਯ ਨੂੰ ਦਰਸਾਉਂਦਾ ਹੈ। ਉਸ ਯੁੱਧ ਵਿੱਚ ਪੂਰੇ ਦੇਸ਼ 'ਚ 527 ਸੈਨਿਕ ਸ਼ਹੀਦ ਹੋਏ, ਜਿਨ੍ਹਾਂ ਵਿੱਚੋਂ ਸ਼ਹੀਦਾਂ ਦੀ ਜਨਮ ਭੂਮੀ ਜ਼ਿਲ੍ਹਾ ਗੁਰਦਾਸਪੁਰ ਨੇ ਆਪਣੇ 8 ਸੈਨਿਕ ਜਿਹੜੇ ਹਨ ਉਸ ਯੁੱਧ ਵਿੱਚ ਕੁਰਬਾਨ ਕਰ ਦਿੱਤੇ। कारगिल ਵਿਜੇ ਦਿਵਸ ਹਰ ਸਾਲ ਸਾਰੇ ਦੇਸ਼ ਵਿੱਚ ਬੜੇ ਜ਼ੋਰਾਂ ਸ਼ੋਰਾਂ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਉਸ ਯੁੱਧ ਵਿੱਚ ਸ਼ਹਾਦਤ ਦਾ ਜਾਮ ਪੀਣ ਵਾਲੇ ਯੋਧਿਆਂ ਨੂੰ ਇੱਕ ਸੁਰ ਵਿੱਚ ਯਾਦ ਕੀਤਾ ਜਾਂਦਾ ਹੈ, ਨਮਨ ਕੀਤਾ ਜਾਂਦਾ ਹੈ। ਪਰ ਕਿਤੇ ਨਾ ਕਿਤੇ ਉਸ ਉਤਸਵ ਦੇ ਪਿੱਛੇ ਇੱਕ ਗਹਿਨ ਘੋਰ ਹਨੇਰਾ ਹੈ, ਜਿਸ ਹਨੇਰੇ ਵਿੱਚ ਸਿਸਕੀਆਂ ਹਨ ਉਹਨਾਂ ਸ਼ਹੀਦ ਪਰਿਵਾਰਾਂ ਦੀਆਂ, ਜਿਨ੍ਹਾਂ ਨੇ ਉਸ ਯੁੱਧ ਵਿੱਚ ਆਪਣੇ ਸਿਰਾਂ ਦੇ ਤਾਜ, ਆਪਣੇ ਘਰਾਂ ਦੇ ਚਿਰਾਗ ਦੇਸ਼ ਦੀ ਬਲੀਵੇਦੀ ਤੋਂ ਕੁਰਬਾਨ ਕਰ ਦਿੱਤੇ। ਕਈ ਮਾਵਾਂ ਦਾ ਕੋਖ ਉੱਜੜ ਗਈ, ਕਈ ਭੈਣਾਂ ਦੇ ਸਿਰ ਦਾ ਸੁਹਾਗ ਉੱਜੜ ਗਿਆ। ਲੇਕਿਨ ਅੱਜ ਲੋੜ ਹੈ ਕਿ ਜਿਹਨਾਂ ਸ਼ਹੀਦਾਂ ਨੇ ਸਾਡੇ ਆਉਣ ਵਾਲੇ ਕੱਲ੍ਹ ਲਈ ਆਪਣਾ ਅੱਜ ਕੁਰਬਾਨ ਕਰ ਦਿੱਤਾ, ਉਹਨਾਂ ਦੇ ਦੁੱਖੜੇ ਸੁਣੀਏ, ਉਹਨਾਂ ਦੇ ਰਿਸ਼ਤੇ ਜ਼ਖਮਾਂ 'ਤੇ ਮਰਹਮ ਲਗਾਈਏ। ਕਿਉਂਕਿ ਉਸ ਯੁੱਧ ਵਿੱਚ ਸਰਕਾਰਾਂ ਵੱਲੋਂ ਬਹੁਤ ਘੋਸ਼ਣਾਵਾਂ ਕੀਤੀਆਂ ਗਈਆਂ, ਕੁਝ ਪੂਰੀਆਂ ਹੋਈਆਂ, ਕੁਝ ਪੂਰੀਆਂ ਨਹੀਂ ਕੀਤੀਆਂ ਗਈਆਂ। ਖਾਸ ਕਰ ਜਿਹੜੇ 8 ਸ਼ਹੀਦਾਂ ਦੇ ਪਰਿਵਾਰਕ ਬਲਬਲੇ ਹਨ ਉਹਨਾਂ ਪਰਿਵਾਰਾਂ ਦੇ, ਕਿ ਹਾਲੇ ਤੱਕ ਉਹਨਾਂ ਪਰਿਵਾਰਾਂ ਦੀ ਇੱਕ ਮੰਗ ਜਿਹੜੀ ਹਜੇ ਤੱਕ ਪੂਰੀ ਨਹੀਂ ਹੋਈ। ਉਸ ਵੇਲੇ ਸਰਕਾਰ ਨੇ ਘੋਸ਼ਣਾ ਕੀਤੀ ਸੀ ਕਿ ਇਹਨਾਂ ਸ਼ਹੀਦਾਂ ਦੀ ਯਾਦ 'ਚ ਯਾਦਗਾਰੀ ਗੇਟ ਬਣਾਏ ਜਾਣਗੇ, ਇਹਨਾਂ ਸ਼ਹੀਦਾਂ ਦੀ ਯਾਦ 'ਚ ਸਟੇਡੀਅਮ ਬਣਾਇਆ ਜਾਏਗਾ, ਪਿੰਡਾਂ 'ਚ ਲਾਇਬ੍ਰੇਰੀ ਬਣਾਈ ਜਾਏਗੀ। ਲੇਕਿਨ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਇਹਨਾਂ ਸ਼ੂਰਵੀਰਾਂ ਦੀ ਸ਼ਹਾਦਤ ਦੇ 21 ਵਰ੍ਹੇ
ਗੁਜ਼ਰ ਜਾਣ ਦੇ ਬਾਅਦ ਵੀ ਉਹ ਯਾਦਾਂ ਨਹੀਂ ਬਣੀਆਂ। ਸੋ ਸਰਕਾਰਾਂ ਅੱਗੇ ਅਪੀਲ ਹੈ ਕਿ ਉਹਨਾਂ ਸ਼ਹੀਦਾਂ ਦੀ ਯਾਦ 'ਚ ਯਾਦਗਾਰਾਂ ਜ਼ਰੂਰ ਬਣਾਉਣ, ਤਾਂ ਜੋ ਉਹਨਾਂ ਕੋਲੋਂ ਪ੍ਰੇਰਨਾ ਲੈ ਕੇ ਦੇਸ਼ ਦੀ ਭਾਵੀ ਪੀੜ੍ਹੀ ਜਿਹੜੀ ਹੈ ਉਹ ਭਾਰਤੀ ਫੌਜ ਵਿੱਚ ਭਰਤੀ ਹੋ ਕੇ ਰਾਸ਼ਟਰ ਨਿਰਮਾਣ ਵਿੱਚ ਆਪਣਾ ਬੜਮੁੱਲਾ ਯੋਗਦਾਨ ਦੇਣ। ਕਾਰਗਿਲ ਯੁੱਧ ਵਿੱਚ ਹਿੱਸਾ ਲੈ ਚੁੱਕੇ ਅਤੇ ਸ਼ਹੀਦ ਲਾਂਸ ਨਾਇਕ ਰਣਬੀਰ ਸਿੰਘ ਨਾਲ ਯੂਨਿਟ ਵਿੱਚ ਡਿਊਟੀ ਕਰ ਚੁੱਕੇ ਵੀਰ ਚੱਕਰ ਕੈਪਟਨ ਰਘੁਨਾਥ ਸਿੰਘ ਨੇ ਦੱਸਿਆ ਕਿ ਕਾਰਗਿਲ ਯੁੱਧ ਦੌਰਾਨ ਸ਼ਹੀਦ ਰਣਬੀਰ ਸਿੰਘ ਨੇ ਬੜੀ ਬਹਾਦਰੀ ਨਾਲ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ। ਯੁੱਧ ਦੌਰਾਨ ਪਾਕਿਸਤਾਨ ਦੀ ਇੱਕ UMG ਉਹਨਾਂ ਦੇ ਬੰਕਰਾਂ ਦਾ ਬੜਾ ਨੁਕਸਾਨ ਕਰ ਰਹੀ ਸੀ, ਜਿਸ ਤੋਂ ਬਾਅਦ ਲਾਂਸ ਨਾਇਕ ਸ਼ਹੀਦ ਰਣਬੀਰ ਸਿੰਘ ਨੇ ਬੜੀ ਬਹਾਦਰੀ ਨਾਲ ਉਸ UMG ਨੂੰ ਤਬਾਹ ਕਰ ਦਿੱਤਾ। ਪਰ ਇਸ ਦੌਰਾਨ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਇੱਕ ਗੋਲੀ ਉਹਨਾਂ ਦੇ ਸਿਰ ਵਿੱਚ ਆ ਲੱਗੀ, ਜਿਸ ਨਾਲ ਉਹ वीर गति ਨੂੰ प्राप्त हो गए। मैं कैप्टन रघुनाथ सिंह जो कि 13 जैक राइफल से बिलोंग करता हूं, जो कि 99 के अंदर जो कारगिल के अंदर युद्ध हुआ, इसके अंदर मेरा खुद का एक्सपीरियंस है कि कैसे इतने मुश्किल समय के अंदर और इतने पहाड़ी इलाके के अंदर हमने कैसे लड़ाई लड़ी। जो कि .4875 के ऊपर जो कि बत्रा साहब जब शहीद हुए, उसके बाद मैं उस समय सूबेदार था और मुझे 10 जवान लेकर के उनकी शहादत का बदला लेने के लिए दिन के समय 11:30 बजे हमने लॉन्च किया और आगे रहते हुए दुश्मन के 10 से 12 लोग हमने मार दिए, जिसके अंदर पाकिस्तान का एक कैप्टन इम्ताज़ भी हमारे हाथों में मारा गया। रणवीर सिंह जो कि मैं भी डिस्ट्रिक्ट गुरदासपुर का था, वो मेरे नज़दीक के थे और मैं भी उनके साथ काफ़ी सर्विस किया है और काफ़ी एक बहादुर इंसान थे। बाकी रणबीर सिंह की जो साजिश है वो कि 84 रॉकेट लॉन्चर से उन्होंने जब फायर किया, दुश्मन का वंकर को नष्ट किया और उसके बाद नेक्स्ट वंकर से जब फायर आया तो उसको जब फायर करने लगे तो उस समय उनके एक बुलेट लगा जिससे वो शहीद हो गए थे। गुरदासपुर तो अवतार सिंह की रिपोर्ट, ट्रू स्कूप।